Hello friends, it's Vanna here. Welcome back to my YouTube channel. I hope you guys are doing great. ਤਾਂ ਅੱਜ ਦੇ ਲੈਕਚਰ ਦੇ ਵਿੱਚ ਮੈਂ ਡਿਸਕਸ ਕਰਨ ਜਾ ਰਹੀ ਹਾਂ ਪੀਟੈਟ ਦਾ ਐਗਜ਼ਾਮ ਜੋ ਤੁਹਾਡਾ ਹੋਇਆ 24 ਦਸੰਬਰ ਨੂੰ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦੀ ਆਨਸਰ ਕੀ ਇਹ ਹੈ ਸੈਟ ਕਿਊ। ਠੀਕ ਹੈ ਜੀ, ਸੈਟ ਕਿਊ ਦੇ ਮੈਂ ਜਿਹੜੀ ਆਨਸਰ ਕੀ ਡਿਸਕਸ ਕਰ ਰਹੀ ਹਾਂ। ਬਾਕੀ ਜਿਨ੍ਹਾਂ ਦੇ ਕੋਲ ਅਲੱਗ-ਅਲੱਗ ਸੈਟ ਆਏ ਨੇ ਉਹ ਵੀ ਚੈੱਕ ਕਰ ਸਕਦੇ ਨੇ। ਇੱਕ ਗੱਲ ਦੀ ਮੈਂ ਤੁਹਾਨੂੰ ਇੱਥੇ ਗਰੰਟੀ ਦਵਾਂਗੀ ਕਿ ਜਿਹੜੇ ਵੀ ਕੁਐਸਚਨਾਂ ਦੇ ਮੈਂ ਆਨਸਰ ਦੱਸੂਗੀ ਉਹ 101% ਸਹੀ ਹੋਣਗੇ। क्यों? क्योंकि देखो एक तो मेरी चाइल्ड डेवलपमेंट पैडागोजी स्टडी बहुत है, तो दूसरा हर क्वेश्चन बिल्कुल वेरीफाई किया गया उसका हर किसी का आंसर, तो तुसी 101% रिलाय कर सकते हो। एक अद्धा परसेंट इधर उधर होने दी मतलब वैसे कोई गुंजाइश नहीं है। बाकी तुसी खुद ही देखोगे जो आपां ये सारे क्वेश्चंस दे आंसर वन बाय वन डिस्कस करांगे। ठीक है जी, तो इस वीडियो के एंड विच तुसी मैनू कमेंट सैक्शन च जरूर दसना है कि थोड़ा कितना स्कोर बन रहा है। जेड़ा हुण आपां ਇਹ ਹੈ 24 ਦਸੰਬਰ ਦੀ ਈਵਨਿੰਗ ਸ਼ਿਫਟ ਦਾ ਜੋ ਐਗਜ਼ਾਮ ਆਇਆ ਹੈ ਸਟੈਟ ਕਿਊ ਦਾ, ਜਿਹੜਾ ਮੈਂ ਆਨਸਰ ਕੀ ਡਿਸਕਸ ਕਰਨ ਜਾ ਰਹੀ ਹਾਂ। ਠੀਕ ਹੈ ਜੀ, ਤਾਂ ਸ਼ੁਰੂ ਕਰਦੇ ਹਾਂ ਪਹਿਲੇ ਕੁਐਸਚਨ ਤੋਂ। ਪਹਿਲਾ ਕੁਐਸਚਨ ਸੀਗਾ ਹੂ ਅਮੰਗ ਦਾ ਫੋਲੋਇੰਗ ਸਪੋਰਟਡ ਚਾਈਲਡ ਸੈਂਟਰਿਕ ਐਜੂਕੇਸ਼ਨ। ਦੇਖੋ ਬੜੇ ਧਿਆਨ ਨਾਲ ਸੁਣਨਾ, ਚਾਈਲਡ ਸੈਂਟਰਿਕ ਐਜੂਕੇਸ਼ਨ ਦੀ ਕਿੰਨੇ ਗੱਲ ਕੀਤੀ? ਐਰਿਕ ਐਰਿਕਸਨ ਨੇ, ਚਾਰਲਸ ਡਾਰਵਿਨ ਨੇ, ਜਾਂ ਬੀ.ਐਫ ਸਕਿਨਰ ਨੇ, ਜਾਂ ਜੌਨ ਡਿਊਈ ਨੇ? ਤਾਂ ਬਿਲਕੁਲ ਇਹਦਾ ਸਿੰਪਲ ਆਨਸਰ ਹੈ, ਇਹਦੀ ਗੱਲ ਕੀਤੀ ਸੀ ਜੌਨ ਡਿਊਈ ਨੇ। ਠੀਕ ਹੈ ਜੀ, ਜੌਨ ਡਿਊਈ ਨੇ ਗੱਲ ਕੀਤੀ ਸੀ। ਇਹ ਤੁਸੀਂ 100% ਅਗਰ ਤੁਸੀਂ ਇਹ ਵਾਲਾ ਟਿਕ ਕਰਕੇ ਆਏ ਹੋ ਤਾਂ ਤੁਹਾਡਾ ਇੱਕ ਨੰਬਰ ਪੱਕਾ ਹੈ। ਠੀਕ ਹੈ ਜੀ, ਪਹਿਲੇ ਕੁਐਸਚਨ ਦਾ ਆਨਸਰ ਹੈ ਡੀ। ਦੂਜਾ ਦੇਖੋ ਹੂ ਕੁਆਇਨਡ ਦਾ ਟਰਮ ਆਈਕਿਊ, ਇੰਟੈਲੀਜੈਂਟ ਕੁਐਸਚਨ ਦੀ ਟਰਮ ਕਿੰਨੇ ਕੁਆਇਨ ਕੀਤੀ ਸੀ? ਐਰਿਕਸਨ, ਵਿਲੀਅਮਸਟਨ, ਸਕਿਨਰ, ਫਰੂਡ। ਆਪਾਂ ਨੂੰ ਪਤਾ ਐਰਿਕਸਨ ਦੀ ਥਿਊਰੀ ਪੜ੍ਹੀ, ਆਪਾਂ ਨੇ ਸਕਿਨਰ ਦੀ ਵੀ ਪੜ੍ਹੀ ਹੈ, ਫਰੂਡ ਦੀ ਵੀ ਪੜ੍ਹੀ ਹੈ, ਪਰ ਆਪਾਂ ਨੂੰ ਪਤਾ ਕਿੰਨੇ ਇਹ ਟਰਮ ਲੈ ਕੇ ਆਇਆ ਸੀ ਪਹਿਲੀ ਵਾਰੀ? ਵਿਲੀਅਮਸਟਨ। ਜੇ ਤੁਸੀਂ ਇਹ ਆਪਸ਼ਨ ਨੂੰ ਟਿਕ ਲਗਾਇਆ ਹੈ ਤਾਂ ਤੁਸੀਂ ਆਪਣਾ ਨੰਬਰ 1 ਸਹੀ ਲਿਖ ਸਕਦੇ ਹੋ। ਅਗਲਾ ਦੇਖੋ ਜੀ, which of the following is not a group test of intelligence? ਇਸ ਚ ਕਾਫੀਆਂ ਨੂੰ ਕਨਫਿਊਜ਼ਨ ਹੋਈ ਹੋਊਗੀ, ਬਟ ਜੇ ਤੁਸੀਂ ਥੋੜਾ ਜਿਹਾ ਆਪਣੀ ਅੰਡਰਸਟੈਂਡਿੰਗ ਲਗਾਈ ਹੁੰਦੀ, ਜਿਵੇਂ ਇਹਦੇ ਵਿੱਚ ਵੀ ਟੈਸਟ ਆ ਰਿਹਾ ਸੀਗਾ, ਠੀਕ ਹੈ, ਇਹਦੇ ਵਿੱਚ ਵੀ ਟੈਸਟ ਸੀ, ਇਹਦੇ ਵਿੱਚ ਵੀ ਟੈਸਟ ਲਿਖਿਆ ਹੈ। ਠੀਕ ਹੈ ਜੀ, ਵੈਸੇ ਮੈਂ ਤੁਹਾਨੂੰ ਦੱਸ ਗਿਆ ਆਪਣਾ ਜੇ ਮਤਲਬ ਮੈਂ ਐਵੇਂ ਕੀਤਾ ਹੁੰਦਾ, ਮਤਲਬ ਮੇਰਾ ਦਿਮਾਗ ਐਵੇਂ ਚੱਲਦਾ। ਮਿਨੀਸੋਟਾ ਪ੍ਰੀ ਸਕੂਲ ਸਕੇਲ, ਇੱਥੇ ਸਕੇਲਿੰਗ ਦੀ ਗੱਲ ਆ ਗਈ। ਠੀਕ ਹੈ, ਤਾਂ ਅਗਰ ਬੰਦੇ ਨੇ ਗੈਸ ਵੀ ਲਾਣਾ ਹੋਵੇ ਤਾਂ ਤੁਸੀਂ ਆਰਾਮ ਨਾਲ ਇਹ ਲਗਾ ਸਕਦੇ ਸੀ ਵੀ ਸੀ ਹੈ ਜੋ ਇੰਟੈਲੀਜੈਂਸ ਟੈਸਟ ਦੀ ਕੈਟਾਗਰੀ ਦੇ ਵਿੱਚ ਨਹੀਂ ਆਉਂਦਾ ਸੀ। ਠੀਕ ਹੈ ਜੀ, तो अगर तुसी ऑप्शन नंबर सी लाया है तो ਤੁਹਾਡਾ ਬਿਲਕੁਲ ਸਹੀ ਹੈ। ਅਗਲਾ ਦੇਖ ਲੈਂਦੇ ਆ, ਟੂ ਅਸੈਸ ਦਾ ਆਈਕਿਊ ਆਫ ਅ ਪਰਸਨ ਦਾ ਫੋਲੋਇੰਗ ਫਾਰਮੂਲਾ ਇਜ਼ ਯੂਜ਼ਡ। ਤੁਹਾਨੂੰ ਪਤਾ ਹੀ ਹੈ, ਇਹ ਦੇਖੋ ਇਹ ਕਿਹੜਾ ਫਾਰਮੂਲਾ ਹੁੰਦਾ ਹੈ? ਮੈਂਟਲ ਏਜ ਓਵਰ ਕ੍ਰੋਨਿਕਲ ਏਜ ਇਨਟੂ 100। ਇਹੀ ਆਪਾਂ ਨੇ ਪੜਿਆ ਹੋਇਆ ਹੈ। ਠੀਕ ਹੈ ਜੀ, ਮੈਂ ਤੁਹਾਨੂੰ ਕਾਫੀ ਵਾਰੀ ਦੱਸਿਆ ਹੋਇਆ ਆਪਣੀ ਪਿਛਲੀ ਵੀਡੀਓ ਦੇ ਵਿੱਚ। ਤਾਂ ਇੱਥੇ ਆਪਣਾ ਇਹ ਆਨਸਰ ਬਿਲਕੁਲ ਸਹੀ ਬਣਦਾ। ਇਹ ਬਿਲਕੁਲ ਹੀ ਇੱਕ ਤਰ੍ਹਾਂ ਨਾਲ ਈਜ਼ੀ ਕੁਐਸਚਨ ਸੀਗਾ, ਜਿਨ੍ਹਾਂ ਨੇ ਬੱਚਿਆਂ ਨੇ ਪੜਿਆ ਤਾਂ ਉਹ ਵੀ ਆਪਣਾ ਇੱਕ ਨੰਬਰ ਇਹ ਸਹੀ ਲਗਾ ਸਕਦੇ ਨੇ। अकॉर्डिंग टू गार्डनर स्पेशल इंटेलिजेंस इज एग्जिबिटेड बाय अस। स्पेशल गार्डनर ने देखो इंटेलिजेंस थ्योरी दी, अपन पता है 8 टाइप दी इंटेलिजेंस दी उन्होंने। ठीक है, स्पेशल बहुत अच्छी तरह समझाया होया भी स्पेशल की हुंदा है। स्पेस बारे जानकारी लगा लेना जेड़ा बंदा वधिया कर लैंदा, जिवें आर्किटेक्ट वगैरह इसी कैटेगरी च आंदे ने, है ना। स्कल्पचर भी इसी कैटेगरी च आंदे ने, तो पेंटर भी इसी कैटेगरी च आंदा। सिंगर, पोइट ते फिलोसोफर नहीं आंदे। सो आपां आराम नाल इस क्वेश्चन दा आंसर ला दांगे। पहले 5 क्वेश्चन मैनूं लगदा किसी दे भी गलत होए होणगे। अगला देखो जी, अकॉर्डिंग टू पियाजे थ्योरी ऑफ कॉग्निटिव डेवलपमेंट हाउ मेनी स्टेजेस ऑफ चिल्ड्रन डेवलपमेंट आर आइडेंटिफाइड। ਤੁਹਾਨੂੰ याद होएगा मैं ਪਿੱਛੇ ਜੇ क्वेश्चन सीरीज कराई सी SPCF, है ना, कॉग्निटिव स्टेजेस ਕਿੰਨੀਆਂ ਸੀਗੀਆਂ? ਤਾਂ ਪਿਆਜੇ ਦੀਆਂ ਸਿੰਪਲ 4। ਬੜੇ ਹੀ ਆਸਾਨ क्वेश्चन। अगला क्वेश्चन ਤੇ ਵਧਦੇ ਆ, which of the following was the first organized early childhood education method। ਦੇਖੋ ਮੈਂ ਇੱਥੇ ਇੱਕ ਗੱਲ ਕਵਾਂਗੀ, ਪਲੀਜ਼ ਬੁਰਾ ਨਾ ਮੰਨਣ, ਮੈਂ ਕਾਫੀ ਵੀਡੀਓਜ਼ ਦੇਖੀਆਂ 24 ਦਸੰਬਰ ਤੋਂ ਬਾਅਦ, ਤੇ ਮੈਂ ਇਹ ਸਮਝ ਨਹੀਂ ਪਾਈ ਵੀ ਕਿਵੇਂ ਕਿੰਨੇ ਹੀ ਚੈਨਲ ਗਲਤ ਇਨਫੋਰਮੇਸ਼ਨ ਦੇ ਰਹੇ ਨੇ। ਮੌਂਟੈਸਰੀ ਤੇ ਕਿੰਡਰਗਾਰਟਨ ਬੋਥ A ਐਂਡ B ਲਗਵਾ ਰਹੇ ਨੇ। ਵੈਰੀ ਆਈ ਵੁੱਡ ਸੇ ਕਿ ਇਰਰਿਸਪੌਂਸਿਬਲ ਥਿੰਗ ਹੈ ਇਹ, ਐਵੇਂ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ। ਦੇਖੋ ਕਿੰਡਰਗਾਰਟਨ ਫਰੋਬਲ ਦੇ ਦੁਆਰਾ 1837 ਦੇ ਵਿੱਚ ਆਇਆ। ਉਸ ਤੋਂ ਬਾਅਦ ਮਾਰੀਆ ਮੌਂਟੈਸਰੀ ਨੇ ਇਸ ਚੀਜ਼ ਨੂੰ ਅੱਗੇ ਫਾਰਵਰਡ ਕੀਤਾ 1907 ਸਮਥਿੰਗ ਦੇ ਵਿੱਚ। ਠੀਕ ਹੈ ਜੀ, ਤਾਂ ਪਹਿਲੇ ਇਹ ਕਿੰਡਰਗਾਰਟਨ ਆਇਆ ਸੀ ਤਾਂ ਉਹਨਾਂ ਨੇ ਫਸਟ ਹੀ ਪੁੱਛਿਆ, ਤੇ ਅਗਰ ਤੁਸੀਂ ਧਿਆਨ ਨਾਲ ਦੇਖੋ ਤਾਂ। ਠੀਕ ਹੈ, ਤਾਂ ਪਲੀਜ਼ ਜਿਹੜੇ ਵੀ ਲੋਕ ਪੇਪਰ ਦੇ ਆਨਸਰ ਕੀ ਪਬਲਿਸ਼ ਕਰ ਰਹੇ ਨੇ ਥੋੜੀ ਜਿਹੀ ਰਿਸਪੌਂਸਿਬਿਲਿਟੀ ਨਾਲ ਕਰਨ, ਤੇ ਬੱਚਿਆਂ ਨੂੰ ਐਵੇਂ ਗੁੰਮਰਾਹ ਨਹੀਂ ਕਰਨਾ ਚਾਹੀਦਾ। ਤਾਂ ਇਹਦਾ ਆਨਸਰ B ਹੈ, ਤੁਸੀਂ ਆਰਾਮ ਨਾਲ ਲਗਾ ਸਕਦੇ ਹੋ। ਇਹ ਮੈਂ ਦੁਬਾਰਾ ਇੱਕ ਵਾਰੀ ਇੱਥੇ ਕਰਾਂਗੀ, ਸੈਟ ਕਿਊ ਦੀ ਮੈਂ ਗੱਲ ਕਰ ਰਹੀ ਹਾਂ, ਈਵਨਿੰਗ ਸ਼ਿਫਟ ਦੇ ਵਿੱਚ ਜਿਹੜਾ ਐਗਜ਼ਾਮ ਹੋਇਆ ਸੀਗਾ, ਈਵਨਿੰਗ ਸ਼ਿਫਟ ਦਾ। ਠੀਕ ਹੈ ਜੀ, ਈਵਨਿੰਗ ਸ਼ਿਫਟ ਦੇ ਵਿੱਚ ਜਿਹੜੇ ਬੱਚਿਆਂ ਦਾ ਐਗਜ਼ਾਮ ਹੋਇਆ ਸੀ ਪੇਪਰ 2 ਦਾ। ਠੀਕ ਹੈ ਜੀ, ਤੇ ਆਪਾਂ ਡਿਸਕਸ ਕਰ ਰਹੇ ਹਾਂ ਸੀਡੀਪੀ ਦੇ ਕੁਐਸਚਨਸ। ਅਗਲਾ ਚੱਲਦੇ ਆ 8ਵਾਂ ਕੁਐਸਚਨ। ਦੇਖੋ, ਆਊਟ ਆਫ ਦਾ ਫੋਲੋਇੰਗ ਵਿਚ ਸਕੂਲ ਸਪੋਰਟਸ ਪ੍ਰੋਗਰੈਸਿਵ ਐਜੂਕੇਸ਼ਨ। ਪ੍ਰੋਗਰੈਸਿਵ ਐਜੂਕੇਸ਼ਨ ਆਪਾਂ ਨੂੰ ਪਤਾ ਹੈ
ਜੌਨ ਡਿਊਈ ਨੇ ਕੰਮ ਕੀਤਾ, ਠੀਕ ਹੈ। ਜੌਨ ਡਿਊਈ ਨੇ ਲਰਨਿੰਗ ਬਾय ਡੂਇੰਗ ਤੇ ਦਿੱਤਾ ਤੇ ਉਹਨਾਂ ਨੇ ਲੈਬ ਸਕੂਲਸ ਖੋਲੇ ਸੀ ਸ਼ਿਕਾਗੋ ਦੇ ਵਿੱਚ, ਠੀਕ ਹੈ ਜੀ। ਇਹ ਜੇ ਤੁਸੀਂ ਅੱਛੀ ਤਰ੍ਹਾਂ ਸੀਡੀਪੀ ਪੜ੍ਹੀ ਹੋਈ ਹੈ ਤਾਂ ਤੁਸੀਂ ਆਰਾਮ ਨਾਲ ਇਹ ਕੁਐਸਚਨ ਵੀ ਚੱਕ ਸਕਦੇ ਸੀ ਫੱਟੇ ਤੇ। ਅੱਗੇ ਦੇਖੋ, ਚਿਲਡਰਨ ਮੇ ਹੈਵ ਡਿਫਿਕਲਟੀ ਇਨ ਰੀਡਿੰਗ ਡਿਊ ਟੂ ਵਾਟ। ਕਈਆਂ ਨੇ ਦੇਖੋ ਇੱਥੇ ਵੀ ਮੈਂ ਫਿਰ ਉਹੀ ਤੁਸੀਂ ਕਹੋਗੇ ਬਾਰ-ਬਾਰ ਆਲ ਆਫ ਦਾ ਅਬਵ ਲਗਾਇਆ ਹੋਇਆ ਹੈ। ਪਹਿਲੇ ਕੁਐਸਚਨ ਦੀ ਡਿਮਾਂਡ ਦੇਖ ਲਓ, ਵੈਸੇ ਮੇ ਹੈਵ ਡਿਫਿਕਲਟੀ ਇਨ ਰੀਡਿੰਗ ਡਿਊ ਟੂ ਮਤਲਬ ਆਡੀਟਰੀ ਤਾਂ ਸੁਣਨ ਕਰਕੇ ਆ ਗਿਆ ਨਾ, ਵਿਜ਼ੂਅਲ ਦੇਖਣ ਕਰਕੇ ਆ ਗਿਆ। ਲੈਕ ਰੁਚੀ ਵਿੱਚ ਕਮੀ ਹੈ ਤਾਂ ਉਹਨੂੰ ਰੀਡਿੰਗ ਚ ਡਿਫਿਕਲਟੀ ਮਤਲਬ ਮੈਨੂੰ ਤਾਂ ਸਹੀ ਨਹੀਂ ਲੱਗਿਆ। ਮੇਰੇ ਅਕੋਰਡਿੰਗਲੀ ਅਗਰ ਮੈਂ ਆਪਣੀ ਪੂਰੀ ਸਮਝ ਲਾਵਾਂ ਤਾਂ ਵਿਜ਼ੂਅਲ ਡਿਫੈਕਟਸ ਇੱਥੇ ਸਹੀ ਹੋਣਾ ਚਾਹੀਦਾ, ਵੀ ਦੇਖਣ ਚ ਅਗਰ ਉਹਨੂੰ ਪ੍ਰੋਬਲਮ ਆ ਰਹੀ ਹੈ ਤਾਂ ਉਹਨੂੰ ਪੜ੍ਹਨ ਚ ਵੀ ਪ੍ਰੋਬਲਮ ਆਏਗੀ, ਠੀਕ ਹੈ ਜੀ। ਤਾਂ ਇਹਦਾ ਆਪਾਂ A ਲਗਾ ਕੇ ਹੀ ਚੱਲਾਂਗੇ ਆਂਸਰ। ਕੁਐਸਚਨ ਨੰਬਰ 10, which of the following is not the condition for promoting motivation। ਕਿਹੜੀ ਕਹਿੰਦੇ ਕੰਡੀਸ਼ਨ ਨਹੀਂ ਹੈ ਜਿਸ ਨਾਲ ਪ੍ਰਮੋਟ ਕੀਤੀ ਜਾਵੇ ਮੋਟੀਵੇਸ਼ਨ। ਕ੍ਰੀਏਟਿੰਗ ਇੰਟਰਸਟ, ਦੇਖੋ ਕ੍ਰੀਏਟ ਕਰਾਂਗੇ ਬੱਚੇ ਇੰਟਰਸਟ, ਮੋਟੀਵੇਸ਼ਨ ਆਏਗੀ। ਡਿਸਕਰੇਜਿੰਗ ਕਿਉਰਿਓਸਿਟੀ, ਡਿਸਕਰੇਜਿੰਗ ਇੱਕ ਨੈਗੇਟਿਵ ਵਰਡ ਹੈ। ਕਿਉਰਿਓਸਿਟੀ ਆਪਾਂ ਨੇ ਡਿਸਕਰੇਜ ਥੋੜੀ ਕਰਨੀ ਹੈ, ਬੱਚੇ ਨੇ ਤਾਂ ਕਿਉਰਿਓਸਿਟੀ ਵਧਾਣੀ ਹੈ ਤਾਂ ਹੀ ਪ੍ਰਮੋਟ ਹੋਏਗੀ ਮੋਟੀਵੇਸ਼ਨ। ਡਿਵੈਲਪਿੰਗ ਅਚੀਵਮੈਂਟ ਮੋਟੀਵੇਸ਼ਨ, ਬੱਚਿਆਂ ਨੂੰ ਕੁਝ ਅਚੀਵ ਕਰਨ ਲਈ ਉਹਦੇ ਵਿੱਚ ਮੋਟੀਵੇਸ਼ਨ ਲੈ ਕੇ ਆਣੀ। ਤੇ ਪ੍ਰੋਵਾਈਡਿੰਗ ਇਨਸੈਂਟਿਵਸ ਵੀ ਅਗਰ ਆਪਾਂ ਦੇਖੀਏ ਕੰਪਨੀਆਂ ਦੇ ਵਿੱਚ ਇਨਸੈਂਟਿਵ ਦਿੱਤੇ ਜਾਂਦੇ ਨੇ EMPLOYEES ਦੇ ਵਿੱਚ ਮੋਟੀਵੇਸ਼ਨ ਲੈ ਕੇ ਆਣ ਲਈ। ਤਾਂ ਇਹ ਵੀ ਤਿੰਨ ਪਹਿਲਾ A, C ਤੇ D तीनों ही एक पॉजिटिव टर्म है, पर उन्होंने अपन की पूछा इज नॉट, ठीक है। तो अपना आंसर होना चाहिए बी, 10th दा बी। इथों तक मैंने लगता सब दे सब सारे आंसर सही होंगे। अगे चलते हैं जी। द वर्ड इमोशन इज डिराइव्ड फ्रॉम द डैश वर्ड इमूवर इन लैंग्वेज। इत्थे मैं बड़े ही उस नाल खेद नाल कहांगी कई लोग फ्रेंच लगवा रहे ने। फ्रेंच दे विच देखो मैं तुहानू एक गल दसदा, मैं फ्रेंच थोड़ी पढ़ी हुई है, तो इत्थे इमोशन एवें करके इमोशन ਦਾ ਮਤਲਬ ਫ੍ਰੈਂਚ ਦੇ ਵਿੱਚ ਉਹ ਵਰਡ ਐਦਾਂ ਹੀ ਲਿਖਿਆ ਜਾਂਦਾ ਹੈ, ਠੀਕ ਹੈ ਜੀ। ਮੇਰੇ ਖਿਆਲ ਸ਼ਾਇਦ ਇੱਧਰ ਐਵੇਂ ਲਿਖਿਆ ਜਾਂਦਾ, ਇਹ ਵਾਲਾ ਜਿਹੜਾ ਸਾਈਨ ਹੈ ਐਦਾਂ ਆਂਦਾ ਕੁਝ ਐਦਾਂ ਕਰਕੇ ਆਂਦਾ ਹੈ। 1 ਮਿੰਟ ਦਿਓ ਮੈਨੂੰ ਬਸ। ਹਾਂਜੀ, ਤਾਂ ਇਮੋਸ਼ਨ ਜਿਹੜਾ ਮੈਂ ਤੁਹਾਨੂੰ ਸਮਝਾ ਰਹੀ ਸੀਗੀ ਕਿ ਫ੍ਰੈਂਚ ਦਾ ਵਰਡ ਹੈ ਨੋ ਡਾਊਟ, ਬਟ ਜੋ ਇਮੋਵਰ ਹੈ ਇਹ ਲੈਟਿਨ ਦਾ ਵਰਡ ਹੈ ਜਿਸਦਾ ਮਤਲਬ ਹੈ ਇਨ ਮੋਸ਼ਨ। ਇਨ ਮੋਸ਼ਨ, ਤਾਂ ਇੱਥੇ ਆਪਾਂ ਇਸ ਚੀਜ਼ ਨੂੰ ਟਿਕ ਲਗਾਵਾਂਗੇ, ਠੀਕ ਹੈ ਜੀ। ठीक है, तो फर्स्ट ऑप्शन राइट हो जाएगा। अगला देखो, अकॉर्डिंग टू रॉबर्ट स्टर्नबर्ग द डिफिकल्ट टाइप्स ऑफ रिक्वायर्ड इंटेलिजेंस फॉर क्रिएटिविटी आर। ਇੱਥੇ ਵੀ ਕਈਆਂ ਨੇ C ਲਗਾਇਆ, ਤੇ ਮੈਂ ਆਪਸ਼ਨ ਲਿਖਣਾ ਭੁੱਲ ਗਈ, ਤੁਸੀਂ ਚਲੋ ਸਮਝ ਹੀ ਰਹੇ ਹੋ A B C D ਹੈ ਇਹ, ਠੀਕ ਹੈ। A B C D ਇਹਦੇ ਵਿੱਚ ਦੇਖੋ 3 ਦਿੱਤੀਆਂ ਗਈਆਂ ਸੀਗੀਆਂ। एनालिटिकल क्रिटिकल ਦੀ ਜਗ੍ਹਾ ਤੇ ਭਾਵੇਂ ਕ੍ਰੀਏਟਿਵ ਲਿਖ ਦਿੰਦੇ। ਇਹ ਪਿਛਲੇ ਕੁਐਸਚਨ ਪੇਪਰ ਚੋਂ ਲਿਖਤਾ ਗਿਆ ਹੈ, ਪਿਛਲੇ ਕੁਐਸਚਨ ਪੇਪਰ ਐਗਜ਼ਾਮ ਚ ਆਇਆ ਸੀ। ਸੌਰੀ 1 ਮਿੰਟ। ठीक है जी, एनालिटिकल, क्रिएटिव ते प्रैक्टिकल जिवें आपां पढ़दे हुंदे आ कंटेक्सचुअल, ठीक है, कंपोनेंशियल ते एक्सपीरियंशियल, तीनों दे अलग-अलग नाम भी ने। ਤਾਂ ਪਹਿਲਾ ही ऑप्शन सही बैठदा है। कई YouTube चैनल वाले ए वाला ऑप्शन भी सही कह रहे हैं, मैंने नहीं समझ आ रही भी किस बेसिस पे कह रहे हैं, ठीक है। इसे सिंथेटिक आ गया, सिंथेटिक की कोई गल कीती नहीं, स्टर्नबर्ग ने ऑब्जर्वेशन आ गया, कोई गल नहीं कीती, तो यही बिल्कुल सही है। अष्टवक्र अ ग्रेट स्कॉलर ऑफ द वैदिक एरा वाज हैविंग व्हिच ऑफ द फॉलोइंग पेमेंट। देखो एक क्वेश्चन नवा सी, जरूर सीडीपी नहीं बच्चा ने पढ़िया हो सकता, ये मैं मान सकती है, बट अष्टवक्र जी का नाम जरूर सुना है, काफी फेमस है ना, जेडे स्कॉलर रहे ने वैदिक एरा दे। हियरिंग सुनने की प्रॉब्लम, देखने दी, ऑर्थोपेडिक या ऑल ऑफ द अबव। ऑर्थोपेडिक देखो जिथों तक है सही मन्निया जाएगा कि ऑर्थोपेडिक एक तरह मसल्स ਨੂੰ ਲੈ ਕੇ ਕੁਝ ਪ੍ਰੋਬਲਮ ਹੁੰਦੀ ਹੈ, ਹੱਡੀਆਂ ਨੂੰ ਲੈ ਕੇ ਹੁੰਦੀ ਹੈ। ਅਸ਼ਟਵਕਰ ਤੁਹਾਨੂੰ ਪਤਾ ਹੈ ਮਤਲਬ ਕਾਫੀ ਜਗ੍ਹਾ ਤੋਂ ਉਹਨਾਂ ਦੀ ਬੋਡੀ ਥੋੜੀ ਟੇਢੀ ਮੇਢੀ ਸੀਗੀ, ਤਾਂ ਆਪਾਂ ਆਰਥੋਪੈਡਿਕ ਇਹਦਾ ਸਹੀ ਮੰਨ ਸਕਦੇ ਹਾਂ। ਸੋ ਆਪਸ਼ਨ ਨੰਬਰ C ਵਿਲ ਬੀ ਦ ਰਾਈਟ ਆਂਸਰ। ਅਕੋਰਡਿੰਗ ਟੂ ਟਰਮਨ ਗਿਫਟਡ ਚਿਲड्रन ਆਰ ਸੁਪੀਰੀਅਰ ਇਨ। ਇਸ ਕੁਐਸਚਨ ਨੂੰ ਬੜੇ ਲੋਕਾਂ ਨੂੰ ਕਨਫਿਊਜ਼ਨ ਹੈ, ਫਿਜ਼ੀਕਲ ਡਿਵੈਲਪਮੈਂਟ, ਐਜੂਕੇਸ਼ਨ ਡਿਵੈਲਪਮੈਂਟ ਜਾਂ ਇੰਟੈਲੀਜੈਂਸ ਕੱਲਾ। ਕਈ ਲੋਕ ਇੰਟੈਲੀਜੈਂਸ ਵੀ ਲਗਵਾਈ ਜਾ ਰਹੇ ਨੇ, ਬਟ ਅਗਰ ਤੁਸੀਂ ਟਰਮਨ ਦੀ ਥਿਊਰੀ ਚੱਕ ਕੇ ਦੇਖੋ ਗਿਫਟਡ ਚਿਲड्रन ਬਾਰੇ, ਉਹਨੇ ਕਿਹਾ ਕਿ ਇਹ ਬੱਚੇ ਇੱਕ ਤਾਂ ਇਹਨਾਂ ਨੂੰ ਪ੍ਰੋਬਲਮਸ ਘੱਟ ਹੁੰਦੀਆਂ ਫਿਜ਼ੀਕਲੀ, ਠੀਕ ਹੈ, ਬਿਮਾਰ ਘੱਟ ਹੁੰਦੇ ਨੇ, ਐਜੂਕੇਸ਼ਨ ਅਚੀਵਮੈਂਟ ਵੀ ਜ਼ਿਆਦਾ, ਇਹਨਾਂ ਦੀ IQ ਵੀ ਜ਼ਿਆਦਾ ਹੈ, ਤਾਂ ਇਸ ਕਰਕੇ ਮੈਂ ਆਪਸ਼ਨ ਨੰਬਰ D ਨੂੰ ਬਿਲਕੁਲ ਸਹੀ ਮੰਨਦੀ ਹਾਂ। ਤੇ ਇਹੀ ਅਗਰ ਥਿਊਰੀ ਤੁਸੀਂ ਪੜੋਗੇ ਟਰਮਨ ਦੀ ਗਿਫਟਡ ਚਿਲड्रन ਬਾਰੇ ਲੈ ਕੇ, ਤਾਂ ਉਹਨੇ ਸਾਰੀਆਂ ਚੀਜ਼ਾਂ ਨੂੰ ਮੈਂਸ਼ਨ ਕੀਤਾ ਹੋਇਆ ਹੈ। ਅੱਗੇ ਚੱਲਦੇ ਹਾਂ ਕੁਐਸਚਨ ਨੰਬਰ 15, ਐਨੀ ਕੰਟੀਨਿਊਸ ਚੇਂਜ ਵਿਚ ਫੋਲੋਜ਼ ਅ ਪੈਟਰਨ ਇਜ਼ ਕਾਲਡ। ਦੇਖੋ ਕੋਈ ਵੀ ਕੰਟੀਨਿਊਸ ਚੇਂਜ ਹੈ ਜਿਹਦੇ ਵਿੱਚ ਇੱਕ ਪੈਟਰਨ ਹੈ,
ग्रोथ क्या लाएगा, मैच्योरेशन का आएगा, डेवलपमेंट का। इससे भी काफी जन प्रॉब्लम हो सकती है। देखो ग्रोथ तो कंटिन्यू नहीं, एक जगह जाके रुक जाती है, मैच्योरेशन भी एक जगह जाके रुक जाती है, और डेवलपमेंट ਦਾ ਏਰੀਆ ਵੱਡਾ ਜਿਹਦੇ ਵਿੱਚ ਮੈਚੁਰੇਸ਼ਨ ਤੇ ਗਰੋਥ ਦੇ ਪਾਰਟ ਨੇ। ਸੋ ਇਹਦਾ ਆਨਸਰ ਸਿੰਪਲ ਬਣੇਗਾ ਡਿਵੈਲਪਮੈਂਟ। According to the principle of sphelocaudal tendency of development, the child first gains control over his or her। ਇਹ ਆਪਾਂ sphelocaudal ਆਪਾਂ ਨੇ ਪੜਿਆ ਹੋਇਆ ਹੈ ਵੀ ਸਿਰ ਤੋਂ ਲੈ ਕੇ ਪੈਰ ਤੱਕ ਜਾਂਦਾ ਹੈ, ਤਾਂ ਉਹਨਾਂ ਨੇ ਇਹੀ ਪੁੱਛਿਆ ਵੀ ਪਹਿਲੇ ਉਹਦਾ ਕਿੱਥੇ ਕੰਟਰੋਲ ਹੁੰਦਾ ਹੈ, ਤਾਂ ਹੈਡ। ਠੀਕ ਹੈ ਜੀ, ਬਿਲਕੁਲ ਸਿੰਪਲ ਕੁਐਸਚਨ ਸੀ ਇਹ ਵਾਲਾ। 16ਵੇਂ ਦਾ ਆਨਸਰ ਹੈ ਸੀ। Trust versus mistrust stage of psychological development represent which specific period of age। ਆਪਾਂ ਨੇ ਪੜਿਆ ਹੀ ਹੋਇਆ ਇਹ ਆਪਣੇ ਕੋਲ ਐਰਿਕ ਐਰਿਕਸਨ ਦੀ ਥਿਊਰੀ ਹੈ ਹਨਾ। ਕਿਹੜੀ ਥਿਊਰੀ ਹੈ ਇਹ, ਸਾਈਕੋ ਸੋਸ਼ਲ, ਉਸਦੀ ਹੀ ਹੈ ਸ਼ਾਇਦ, ਹਾਂ ਉਸਦੀ ਹੀ ਹੈ, ਜਿਹਦੇ ਵਿੱਚ ਉਹਨਾਂ ਨੇ ਕੁਝ 8 ਸਟੇजेस ਦਿੱਤੀਆਂ ਹੋਈਆਂ ਨੇ। ਇੱਥੇ ਮੈਂ ਲਿਖ ਦਿੰਦੀ ਹਾਂ ਤੁਹਾਨੂੰ, TAI4 ਤੇ GI ਐਵੇਂ ਕੁਝ ਕਰਕੇ ਮੋਨਿਕਸ ਬਣਾਏ ਹੋਏ ਨੇ। ਤੇ ਇਹ ਆਪਾਂ ਨੂੰ ਪਤਾ ਹੈ ਫਸਟ ਸਟੇਜ ਦੇ ਵਿੱਚ ਆਉਂਦਾ ਹੈ, ਤਾਂ ਇਹ ਆਪਣੇ ਕੋਲ ਸਿੰਪਲ ਆ ਜਾਏਗੀ ਕਿ ਬਰਥ ਟੂ 1.5 years। ਠੀਕ ਹੈ, ਪਹਿਲੀ ਸਟੇਜ ਹੈ ਟਰਸਟ ਵਰਸਸ ਮਿਸਟਰਸਟ ਬੱਚੇ ਦੀ ਜਿਹੜੀ ਏਜ ਹੈ ਸਾਈਕੋਲੋਜੀਕਲ। ਠੀਕ ਹੈ ਜੀ, ਐਰਿਕ ਐਰਿਕਸਨ ਦੀ ਥਿਊਰੀ ਹੀ ਸੀ ਸ਼ਾਇਦ, ਹਾਂ ਮੈਨੂੰ ਤਾਂ ਇੱਥੇ ਤੱਕ ਯਾਦ ਆ ਰਿਹਾ ਹੀ ਕੁਝ ਸੀ। Who said the development of an individual is a result of his interaction with the social environment। ਆਪਾਂ ਨੂੰ ਪਤਾ ਹੈ ਵੀ ਫਰੂਡ ਨੇ ਕੀ, ਇਸ ਚ ਬਹੁਤ ਕਨਫਿਊਜ਼ਨ ਹੈ ਬੱਚਿਆਂ ਨੂੰ ਬਹੁਤ ਜ਼ਿਆਦਾ। ਫਰੂਡ ਨੇ ਕਿਹੜੀ ਥਿਊਰੀ ਦਿੱਤੀ ਸੀ ਆਪਾਂ ਨੂੰ ਪਤਾ, ਸਾਈਕੋ ਸੈਕਸ਼ੁਅਲ। ਠੀਕ ਹੈ, ਤੇ ਪਿਆਜੇ ਨੇ ਦਿੱਤੀ, ਪਿਆਜੇ ਨੇ ਤਾਂ ਸੋਸ਼ਲ ਇੰਟਰੈਕਸ਼ਨ ਨੂੰ ਬਹੁਤ ਜ਼ਿਆਦਾ ਮਤਲਬ ਬਹੁਤ ਘੱਟ ਵਜੋਂ ਦਿੱਤੀ ਹੈ। ਕੋਲਬਰਟ ਨੇ ਮੋਰਲ ਡਿਵੈਲਪਮੈਂਟ ਦੀ ਦਿੱਤੀ ਹੈ ਸਾਈਕੋ ਸੋਸ਼ਲ। ਠੀਕ ਹੈ, ਐਰਿਕਸਨ ਨੇ ਦਿੱਤੀ ਹੈ ਸਾਈਕੋ ਸੋਸ਼ਲ। ਤਾਂ ਜਿੱਥੇ ਤੱਕ ਮੈਨੂੰ ਲੱਗਦਾ ਹੈ ਵੀ ਐਰਿਕਸਨ ਹੀ ਹੋਣਾ ਚਾਹੀਦਾ ਹੈ ਇਸ ਦਾ ਸਹੀ ਆਨਸਰ, ਇੰਟਰੈਕਸ਼ਨ ਵਿਦ ਸੋਸ਼ਲ এনवायरमेंट ਡਿਵੈਲਪਮੈਂਟ ਆਫ ਐਨ ਇੰਡੀਵਿਜੂਅਲ। ਠੀਕ ਹੈ, ਅਗਲਾ ਦੇਖੋ, ਕੋਹਲਬਰਗ ਡਿਵਾਈਨਡ ਮੋਰਲ ਡਿਵੈਲਪਮੈਂਟ ਐਜ਼ ਅ ਡਿਵੈਲਪਮੈਂਟ ਆਫ ਇੰਡੀਵਿਜੂਅਲ ਸੈਂਸ ਆਫ। ਮਤਲਬ ਇੱਕ ਬੰਦੇ ਵਿੱਚ ਮੋਰਲ ਡਿਵੈਲਪਮੈਂਟ ਆ ਗਈ ਹੈ ਤਾਂ ਉਹਦੇ ਵਿੱਚ ਕਿਹੜੀ ਸੈਂਸ ਆ ਗਈ ਹੈ, ਉਹਦੇ ਵਿੱਚ ਨਿਆਂ ਦੀ ਸੈਂਸ ਆ ਗਈ ਹੈ। ਠੀਕ ਹੈ, ਜਸਟਿਸ। ਸੀ ਵਿਲ ਬੀ ਦਾ ਰਾਈਟ ਆਨਸਰ। ਅਕੋਰਡਿੰਗ ਟੂ ਪਿਆਜੇ ਵਿਚ ਇਜ਼ characterized by the absence of language। मतलब ਜਿਹਦੇ ਵਿੱਚ ਲੈਂਗੁਏਜ ਹਲੇ ਡਿਵੈਲਪ ਨਹੀਂ ਹੋਈ, ਤੁਹਾਨੂੰ ਪਤਾ ਹੀ ਹੈ ਪਿਆਜੇ ਨੇ SPCF ਬੋਲਿਆ, ਤਾਂ ਫਸਟ ਜਿਹੜਾ ਆਪਸ਼ਨ ਹੈ ਬਿਲਕੁਲ ਸਹੀ ਹੋਏਗਾ, ਬਰਥ ਟੂ 2 years, 0 to 2 years, ਜਿਹਦੇ ਵਿੱਚ ਉਹ ਕਹਿ ਦੱਸਦਾ ਵੀ ਬੱਚੇ ਦੀ ਕੋਈ ਲੈਂਗੁਏਜ ਦਾ ਕੋਈ ਯੂਜ਼ ਨਹੀਂ ਹੁੰਦਾ, ਮਤਲਬ ਡਿਵੈਲਪ ਹੀ ਨਹੀਂ ਹੋਈ ਹੁੰਦੀ ਹਲੇ। Who developed the concept of mental age? mental age, MA किसने, ਪਿਆਜੇ ਗਿਲਫੋਰਡ ਹਰਸਨ ਆਪਾਂ ਪੜ੍ਹੇ ਹੋਏ ਨੇ ਅੱਛੀ ਤਰ੍ਹਾਂ। ਤਾਂ ਬਿਨੇ ਨੇ ਜੋ ਹੈ mental age ਦਾ concept ਦਿੱਤਾ ਸੀ। option number A will be the right answer। According to Hurlock, progressive series of changes that occur in orderly predictable pattern as a result of maturation and experience is called growth development। both A and B, none of the। ਤਾਂ ਥੋੜਾ confusing ਸੀ ਬੱਚੇ, C ਤੇ B ਦੇ ਵਿੱਚ confuse ਹੋ ਸਕਦੇ ਨੇ, ਬਟ ਜਿਹੜਾ ਇਹਦਾ right answer ਹੈ ਉਹ ਬਿਲਕੁਲ ਬੱਚੇ B ਹੋਵੇਗਾ। ਠੀਕ ਹੈ, ਜਿਨ੍ਹਾਂ ਬੱਚਿਆਂ ਨੇ B ਲਾਇਆ ਉਹ ਆਪਣਾ 1 ਨੰਬਰ ਪੱਕਾ ਸਮਝੋ। ਠੀਕ ਹੈ, ਇਹ ਕਿਉਂਕਿ ਪ੍ਰੋਪਰ ਇਹਦੀ ਡੈਫੀਨੇਸ਼ਨ ਅਗਰ ਤੁਸੀਂ ਗੂਗਲ ਤੇ ਖੋਲ ਕੇ ਦੇਖੋ, ਅਕੋਰਡਿੰਗ ਟੂ ਹਰਲੋਕ ਲਿਖਿਆ ਹੋਇਆ ਹੈ ਡਿਵੈਲਪਮੈਂਟ ਇਜ਼ ਪ੍ਰੋਗਰੈਸਿਵ ਸੀਰੀਜ਼ ਆਫ, ਇੱਥੇ ਲਿਖਿਆ ਹੋਇਆ ਡਿਵੈਲਪਮੈਂਟ ਇੱਥੇ ਕਰਕੇ ਨਾ, ਤਾਂ ਉੱਥੋਂ ਇਹਨਾਂ ਨੇ ਪਿਕ ਕੀਤਾ ਹੈ। ਅਕੋਰਡਿੰਗ ਟੂ whom language is the most important psychological। 1 ਮਿੰਟ ਮੈਨੂੰ 1 ਮਿੰਟ ਦਿਓ ਬਸ, 1 ਮਿੰਟ। ਹਾਂਜੀ, ਅਕੋਰਡਿੰਗ ਟੂ whom language is the most important psychological tool, ਤੁਹਾਨੂੰ ਪਤਾ ਹੈ ਵਿਗੋਸਕੀ ਨੇ ਲੈਂਗੁਏਜ ਨੂੰ, ਠੀਕ ਹੈ, ਸੋਸਾਇਟੀ ਨੂੰ ਤੇ ਕਲਚਰ ਨੂੰ ਇੱਕ ਬੰਦੇ ਦੀ ਡਿਵੈਲਪਮੈਂਟ ਲਈ, ਇੱਕ ਬੱਚੇ ਦੀ ਡਿਵੈਲਪਮੈਂਟ ਲਈ ਕਾਫੀ ਜ਼ਿਆਦਾ ਇੰਪੋਰਟੈਂਸ ਦਿੱਤੀ ਹੈ, ਤਾਂ ਇਹਦਾ ਬਿਲਕੁਲ ਹੀ ਰਾਈਟ ਆਨਸਰ ਹੈ ਵਿਗੋਸਕੀ। ਠੀਕ ਹੈ ਜੀ, 23rd ਦਾ ਡੀ ਆਪਸ਼ਨ। ਅਕੋਰਡਿੰਗ ਟੂ ਵਿਗੋਸਕੀ ਵਿਚ ਟਾਈਪ ਆਫ ਸਪੀਚ ਇਜ਼ ਯੂਜ਼ਡ ਫॉर ਇੰਟੈਂਸ਼ਨਲ ਐਕਸ਼ਨ। ਇਹਦਾ ਕਈ ਲੋਕ ਆਲ ਆਫ ਦਾ ਅਬਵ ਲਗਾਈ ਜਾਂਦੇ, ਇਟਸ ਵੈਰੀ ਸਰਪ੍ਰਾਈਜ਼ਿੰਗ ਥਿੰਗ। ਇੰਟੈਂਸ਼ਨਲ ਐਕਸ਼ਨ ਮਤਲਬ ਈਗੋਸੈਂਟਰਿਕ, ਅਗਰ ਤੁਸੀਂ ਦੇਖੋ ਈਗੋਸੈਂਟਰਿਕ ਦੀ ਗੱਲ ਤਾਂ ਪਿਆਜੇ ਨੇ ਕੀਤੀ ਹੈ। ਪਹਿਲੀ ਗੱਲ ਤਾਂ ਆਲ ਆਫ ਦਾ ਅਬਵ ਹੋ ਹੀ ਨਹੀਂ ਸਕਦਾ। ਇੰਟੈਂਸ਼ਨਲ ਮਤਲਬ ਅੰਦਰੋਂ ਕੁਝ ਇਰਾਦਾਜਨਕ ਐਕਸ਼ਨ ਕਰ ਰਿਹਾ ਹੈ, ਤਾਂ ਵਿਗੋਸਕੀ ਨੇ ਗੱਲ ਕੀਤੀ ਨਾ 3 ਤਰ੍ਹਾਂ ਦੀ ਸਪੀਚ ਦੀ, ਸੋਸ਼ਲ, ਠੀਕ ਹੈ, ਪ੍ਰਾਈਵੇਟ, ਤੇ ਥਰਡ ਸਟੇਜ ਹੈ ਇਨਰ। ਤਾਂ ਮੇਰੇ ਅਕੋਰਡਿੰਗਲੀ ਇਹਦਾ ਆਨਸਰ ਸੀ ਹੋਣਾ ਚਾਹੀਦਾ ਹੈ, ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। The common misdiagnosis of gifted children is। ਦੇਖੋ ਇਹ ਵੀ ਉਹੀ ਗੱਲ ਆ ਗਈ, ਇਸ ਸਾਰੇ ਲੋਕਾਂ ਨੇ ਮੋਸਟਲੀ ਅਟੈਂਸ਼ਨ ਡੈਫੀਸਿਟ ਹਾਈਪਰ ਐਕਟੀਵਿਟੀ ਡਿਸਆਰਡਰ ਲਗਾਇਆ, ਕਿਸੇ ਨੇ ਵੀ ਇਹ ਕੋਸ਼ਿਸ਼ ਨਹੀਂ ਕੀਤੀ ਵੀ ਇੱਕ ਤਰ੍ਹਾਂ ਨਾਲ ਟਰਾਈ ਕਰਨ ਇਹਦੇ ਆਨਸਰ ਫਾਈਂਡ ਆਊਟ ਕਰਨ ਦੀ ਵੀ ਅਸਲ 'ਚ ਹੈ ਕੀ। ਜੇ ਤੁਸੀਂ ਇੱਕ ਵਾਰੀ ਟਰਾਈ ਕਰਦੇ ਗੂਗਲ ਕਰਕੇ ਦੇਖੋ ਤਾਂ ਇਹਦੇ ਸਾਰੇ ਹੀ ਕਾਮਨ ਮਿਸਡਾਇਗਨੋਸਿਸ ਹੈ ਗਿਫਟਡ ਚਿਲਡਰਨ ਦੇ, ਵੀ ਉਹ ਅਟੈਂਸ਼ਨ ਡੈਫੀਸਿਟ ਮਤਲਬ ਉਹਦੇ ਵਿੱਚ ਇਹ ਵਾਲੀ ਪ੍ਰੋਬਲਮ ਵੀ ਹੋਊਗੀ, ADHD,
ਉਹਦੇ ਵਿੱਚ ਕੰਪਲਸਿਵ ਡਿਸਆਰਡਰ ਵੀ ਹੋਊਗਾ ਤੇ ਉਸ ਚ ਮੂਡ ਡਿਸਆਰਡਰ ਵੀ ਹੋਊਗਾ 2 ਤੋਂ 3 ਹੋਰ ਡਿਸਆਰਡਰ ਵੀ ਸੀ ਜੋ ਉੱਥੇ ਮੈਂਸ਼ਨ ਕੀਤੇ ਹੋਏ ਸੀ ਤਾਂ ਇਸ ਲਈ ਇਹਦਾ ਆਨਸਰ ਹੋਏਗਾ all of the above ਠੀਕ ਹੈ ਜੀ ਅਗਰ ਤੁਸੀਂ all of the above ਲਾਇਆ you are right out of the following which is not orthopedically handicapped category ਇਹ ਨਾ ਬੱਚੇ ਦੇਖੋ ਸੇਮ ਮਤਲਬ ਅਗਰ ਮੈਂ ਦੇਖਾਂ ਅਸ਼ਟਵਕਰ ਵਾਲਾ ਜਿਹੜਾ ਕੁਐਸਚਨ ਕੀਤਾ ਹੈ ਨਾ ਉਹਦੇ ਨਾਲ ਹੀ ਮਿਲਦਾ ਜੁਲਦਾ ਹੈ ਆਰਥੋਪੈਡਿਕ ਦਾ ਅਗਰ ਮਤਲਬ ਪਤਾ ਨਾ ਉਸ ਬੱਚੇ ਨੇ ਸਹੀ ਕਰ ਲਿਆ ਹੋਵੇਗਾ ਆਰਥੋਪੈਡਿਕ ਦਾ ਮਤਲਬ ਹੁੰਦਾ ਹੈ ਵੀ ਜਿਹੜਾ ਮਸਲਸ ਨਾਲ ਰਿਲੇਟਡ ਪ੍ਰੋਬਲਮ ਡਾਕਟਰ ਚੈੱਕ ਕਰਦਾ ਹੈ ਜਾਂ ਜਿਹੜੀ ਬੋਨਸ ਨਾਲ ਰਿਲੇਟਡ ਜਿਹੜੀ ਪ੍ਰੋਬਲਮ ਚੈੱਕ ਕਰਦਾ ਹੈ ਤਾਂ ਜਿਹੜੀ ਬਲਾਈਂਡਨੈਸ ਹੈ ਨਾ ਉਹ ਬਿਲਕੁਲ ਸੈਪਰੇਟ ਹੈ ਇਸ ਤੋਂ ਤਾਂ ਇੱਥੇ ਆਪਸ਼ਨ ਤੁਸੀਂ ਬੀ ਵੀ ਲਗਾ ਸਕਦੇ ਹੋ ਠੀਕ ਹੈ ਜੀ ਇਹਦਾ ਆਨਸਰ ਬੀ ਹੈ ਕਿ ਸੈਰੀਬਰਲ ਪਾਲਸੀ ਵੀ ਬ੍ਰੇਨ ਨਾਲ ਕੁਝ ਰਿਲੇਟਡ ਪ੍ਰੋਬਲਮ ਹੈ ਬ੍ਰੇਨ ਇੰਜਰੀ ਤਾਂ ਹੋ ਹੀ ਗਈ ਤੇ ਪੋਲੀਓ ਵੀ ਆਪਣੀ ਜਿਵੇਂ ਹਨਾ ਬੋਡੀ ਦੇ ਵਿੱਚ ਕੁਝ ਡਿਫਾਰਮਿਟੀਜ਼ ਆ ਜਾਂਦੀਆਂ ਨੇ ਪੋਲੀਓ ਦੇ ਨਾਲ ਸੋ ਵੀ ਵੁੱਡ ਸੇ ਬਲਾਈਂਡਨੈਸ ਇਹ ਜਿਹੜਾ ਹੈ ਇਜ਼ ਨਾਟ ਅ orthopedically handicapped category ਠੀਕ ਹੈ ਜੀ ਹੋਪਫੁਲੀ ਤੁਹਾਡਾ ਆਨਸਰ ਸਹੀ ਹੋ ਗਿਆ ਹੋਵੇ ਅਗਲਾ ਦੇਖ ਲੈਣਾ ਜਨਸ਼ਾਲਾ program aims to make education more accessible for girls and children of dash marginalized groups SC STs working children all of the above ਬਹੁਤ ਹੀ ਅੱਛਾ ਕੁਐਸਚਨ ਤਾਂ ਇਹ ਸਾਰੇ ਹੀ ਇਹਦੇ ਵਿੱਚ ਇਨਕਲੂਡ ਹੁੰਦੇ ਨੇ ਠੀਕ ਹੈ ਜੀ ਤਾਂ all of the above ਆ ਜਾਏਗਾ ਜਨਸ਼ਾਲਾ ਪ੍ਰੋਗਰਾਮ ਤੁਸੀਂ 100% ਰਿਲਾਈ ਕਰ ਸਕਦੇ ਹੋ ਮੈਂ ਤੁਹਾਨੂੰ ਕਹਿ ਰਹੀ ਹਾਂ ਇਹਨਾਂ ਆਨਸਰਸ ਤੇ ਕਿਉਂਕਿ ਇੱਕ ਇੱਕ ਤੁਹਾਨੂੰ ਬਿਲਕੁਲ ਸਹੀ ਜਾਣਕਾਰੀ ਪਹੁੰਚਾਉਣ ਲਈ ਬਹੁਤ ਮਿਹਨਤ ਕੀਤੀ ਹੈ ਸਾਰੇ ਕੁਐਸਚਨ ਮਤਲਬ ਵੈਰੀਫਾਈ ਕੀਤੇ ਇਹਨਾਂ ਦੇ ਆਨਸਰ ਉਸ ਤੋਂ ਬਾਅਦ ਹੀ ਹਨਾ ਇਹ ਵੀਡੀਓ ਬਣਾਈ ਹੈ ਐਵੇਂ ਨਹੀਂ ਵੀ ਜਲਦਬਾਜ਼ੀ ਦੇ ਵਿੱਚ ਬਸ ਵਿਊਜ਼ ਲੈਣ ਦੇ ਲਈ ਫਟਾਫਟ ਕੋਈ ਵੀ ਆਨਸਰ ਤੁਹਾਨੂੰ ਦੇਤਾ ਇਹ ਮੇਰੀ ਬਿਲਕੁਲ ਵੀ ਆਸ਼ਾ ਨਹੀਂ ਹੈ ਪ੍ਰੋਪਰ ਪਹਿਲੇ ਸਭ ਸਟੱਡੀਜ਼ ਕੀਤੀਆਂ ਤਾਂ ਕਰਕੇ ਇਹ ਵਾਲਾ ਠੀਕ ਹੈ ਬਣਾਇਆ ਅੱਗੇ ਦੇਖੋ ਦਾ ਐਜੂਕੇਸ਼ਨਲ ਟ੍ਰੀਟਮੈਂਟ ਫॉर ADHD ਚਿਲड्रन ਇਜ਼ ਅਟੈਂਸ਼ਨ ਡੈਫੀਸ਼ੀਐਂਟ ਹਾਈਪਰ ਜਿਹੜੇ ਹੁੰਦੇ ਨੇ ਡਿਸਆਰਡਰ ਵਾਲੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਐਜੂਕੇਸ਼ਨ ਟ੍ਰੀਟਮੈਂਟ ਦੇਣੀ ਚਾਹੀਦੀ ਹੈ ਉਹਨਾਂ ਨੂੰ ਇੰਡੀਵਿਜੂਅਲ ਅਟੈਂਸ਼ਨ ਵੀ ਜ਼ਰੂਰੀ ਹੈ ਤੇ ਕੇਅਰ ਵੀ ਜ਼ਰੂਰੀ ਹੈ ਸੋ ਇਹਦਾ ਆਨਸਰ ਸੀ ਆ ਜਾਏਗਾ ਬੋਥ A ਐਂਡ B ਠੀਕ ਹੈ ਜੀ ठीक है जी ऑप्शन नंबर सी इज राइट एक टेढ़ा हो गया अपना क्वेश्चन हाँ ठीक है 28वां हो गया 29वां दिल व्हिच इज who is the author of चलो कोई who is the author of the book thought and language ਦੇਖੋ ਜੇ ਤੁਸੀਂ ਥੋੜਾ ਜਿਹਾ ਦਿਮਾਗ ਲਗਾਉਂਦੇ ਵੈਸੇ ਪਿਆਜੇ ਤੇ ਵਿਗੋਸਕੀ ਦੇ ਵਿੱਚ ਤੁਹਾਨੂੰ ਕਨਫਿਊਜ਼ਨ ਸੀ ਪਰ ਵਿਗੋਸਕੀ ਇਜ਼ ਦਾ ਸਹੀ ਆਨਸਰ ਹੈ ਵਿਗੋਸਕੀ ਇਜ਼ ਦਾ ਸਹੀ ਆਨਸਰ ਹੈ ਇਹ ਬੁੱਕ ਉਹਨਾਂ ਦੀ ਜੇ ਪਤਾ ਹੈ ਤਾਂ ਪਤਾ ਨਹੀਂ ਪਤਾ ਤਾਂ ਨਹੀਂ ਪਤਾ ਕਿਉਂਕਿ ਇਹ ਤਾਂ ਇੱਕ ਸਟੈਟਿਕ ਬੇਸਡ ਕੁਐਸਚਨ ਹੈ ਠੀਕ ਹੈ ਬਿਲਕੁਲ ਫੈਕਟ ਬੇਸਡ ਹੈ ਜੇ ਤੁਹਾਨੂੰ ਪਤਾ ਸੀ ਤਾਂ ਸਹੀ ਲਗਾਇਆ ਹੋਗੇ ਨਹੀਂ ਤਾਂ ਕੋਈ ਗੱਲ ਨਹੀਂ ਫਿਰ who is known as the founder of differential psychology ਦਾ ਫਾਦਰ ਕਿਹਨੂੰ ਕਿਹਾ ਗਿਆ ਫ੍ਰਾਂਸਿਸ ਗਾਲਟਨ ਨੂੰ ਕਿਹਾ ਗਿਆ ਹੈ ਜੇ ਤੁਸੀਂ ਪੜਿਆ ਹੋਏਗਾ ਤਾਂ ਤੁਸੀਂ ਇਹ ਵੀ ਸਹੀ ਲਗਾ ਆਏ ਹੋਣਗੇ ਤਾਂ ਇਹ ਸੀ ਆਪਣੇ 30 ਕੁਐਸਚਨ ਠੀਕ ਹੈ 30 ਕੁਐਸਚਨਸ ਆਫ CDP ਮੇਰੇ ਅਕੋਰਡਿੰਗਲੀ ਜਿਹੜਾ ਪੇਪਰ ਹੈ ਉਹ ਮਤਲਬ ਦੇਖੋ 24 ਮਾਰਕਸ ਮਤਲਬ ਜਿਹੜਾ ਬੱਚਾ ਲੈ ਗਿਆ ਇੱਥੋਂ ਤਾਂ ਮਤਲਬ ਮੈਂ ਉਹਨੂੰ ਸਹੀ ਮੰਨ ਰਹੀ ਹਾਂ ਕਿਉਂ ਇੱਕ ਦੋ ਕੁਐਸਚਨ ਮਤਲਬ ਥੋੜੇ ਕਨਫਿਊਜ਼ਨ ਵਾਲੇ ਸੀਗੇ ਹਨਾ ਐਵੇਂ ਕੁਝ ਕਰਕੇ ਤੇ ਹੋਪਫੁਲੀ ਜਿਹੜੀ ਮੈਂ ਤੁਹਾਨੂੰ ਇਹ ਕੀ ਦਿੱਤੀ ਹੈ ਹੈਲਪਫੁਲ ਰਹੇਗੀ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇੱਕ ਇੱਕ ਕੁਐਸਚਨ ਦਾ ਸਹੀ ਤੁਹਾਨੂੰ ਆਨਸਰ ਪ੍ਰੋਵਾਈਡ ਕਰਾਵਾਂ ਤੁਸੀਂ ਤੇ ਜੇ 100% ਹੀ ਚਲੋ 99.9% ਬਿਲਕੁਲ ਹੀ ਰਿਲਾਈ ਕਰ ਸਕਦੇ ਹੋ ਇਸ ਕੀ ਤੇ ਠੀਕ ਹੈ ਜੀ ਸਾਰੀ ਕਨਸੈਪਟ ਬੇਸ ਮੈਂ ਇਹ ਕੁਐਸਚਨ ਜਿਹੜੀ ਹੈ ਤਿਆਰ ਕੀਤੇ ਨੇ ਤਾਂ ਹੋਪਫੁਲੀ ਅਗਰ ਤੁਹਾਨੂੰ ਪਸੰਦ ਆਉਂਦੀ ਹੈ ਵੀਡੀਓ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਆਪਣੇ ਫਰੈਂਡਸ ਤੱਕ ਸਹੀ ਆਨਸਰ ਪਹੁੰਚਾਉਣ ਦੀ ਕੋਸ਼ਿਸ਼ ਕਰੋ ਉਸ ਤੋਂ ਇਲਾਵਾ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸੋ ਤੁਹਾਡੇ ਕਿੰਨੇ ਸਹੀ ਗਏ ਠੀਕ ਹੈ ਜੀ ਤੇ ਜੇ ਕਿਸੇ ਵੀ ਕੁਐਸਚਨ 'ਚ ਡਾਊਟ ਹੈ ਤਾਂ ਮੇਰੇ ਤੋਂ ਜ਼ਰੂਰ ਪੁੱਛ ਲਓ ਠੀਕ ਹੈ ਜੀ ਕਿਸੇ ਤਰ੍ਹਾਂ ਦੀ ਕਨਫਿਊਜ਼ਨ ਨਹੀਂ ਰੱਖਣੀ ਆਪਾਂ ਨੇ ਤੇ ਚਲੋ ਠੀਕ ਹੈ ਫਿਰ ਮੈਂ ਅਗਲੀ ਵੀਡੀਓ ਤੁਹਾਨੂੰ ਮਿਲਦੀ ਹਾਂ ਮੈਥ ਦੇ ਆਨਸਰ ਕੀ ਲੈ ਕੇ ਤੇ ਉਸ ਤੋਂ ਇਲਾਵਾ ਸਾਇੰਸ ਦੇ ਆਨਸਰ ਕੀ ਲੈ ਕੇ ਠੀਕ ਹੈ ਤਾਂ ਕਿ ਤੁਹਾਨੂੰ ਇੱਕ ਕਲੀਅਰ ਆਈਡੀਆ ਹੋ ਜਾਏ ਵੀ ਤੁਸੀਂ ਕਿੱਥੇ ਸਟੈਂਡ ਕਰਦੇ ਹੋ ਚਲੋ ਠੀਕ ਹੈ ਜੀ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਓਕੇ ਬਾਏ